ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅੱਜ ਅਸੀਂ ਨਾਟੋ ਬਾਰੇ ਗੱਲ ਕਰਾਂਗੇ। ਤੁਹਾਨੂੰ ਪਤਾ ਹੈ ਕਿ ਨਾਟੋ ਬਹੁਤ ਜ਼ਿਆਦਾ ਇੰਪੋਰਟੈਂਟ ਬਣ ਗਿਆ ਹੈ ਯੂਕਰੇਨ ਐਂਡ ਰਸ਼ੀਆ ਦੇ ਵਾਰ ਕਰਕੇ। ਸੋ ਸਾਨੂੰ ਨਾਟੋ ਬਾਰੇ ਪੂਰੀਆਂ ਗੱਲਾਂ ਪਤਾ ਹੋਣੀ ਚਾਹੀਦੀਆਂ ਨੇ। ਜੋ ਫੈਕਟ ਤੁਹਾਨੂੰ ਮੈਂ ਸਮਝਾਊਂਗਾ ਤੁਸੀਂ ਉਹੀ ਫੈਕਟ ਯਾਦ ਕਰਨੇ ਨੇ। ਸੋ ਸਾਡਾ ਨਾ ਦੇਰੀ ਕਰਦੇ ਹੋਏ ਸਟਾਰਟ ਕਰਦੇ ਹਾਂ। ਜਿਵੇਂ ਦੇਖੋ, ਸਭ ਤੋਂ ਪਹਿਲਾਂ ਜੋ ਮੋਸਟ ਇੰਪੋਰਟੈਂਟ ਥਿੰਗ ਹੈ ਕਿ ਨਾਟੋ ਦੀ ਫੁੱਲ ਫਾਰਮ ਕੀ ਹੈ। ਨਾਟੋ ਦੀ ਫੁੱਲ ਫਾਰਮ ਹੈ ਕਿ ਨਾਰਥ ਅਟਲਾਂਟਿਕ ਟ੍ਰੀਟੀ ਆਰਗੇਨਾਈਜੇਸ਼ਨ। ਇਹ ਗੱਲ ਤੁਸੀਂ ਯਾਦ ਰੱਖਣੀ ਹੈ। ਦੂਸਰੀ ਗੱਲ ਤੁਸੀਂ ਇਹ ਯਾਦ ਰੱਖਣੀ ਹੈ ਵੀ ਇਹ ਕਿਸ ਤਰ੍ਹਾਂ ਦੀ ਏਜੰਸੀ ਹੈ। ਇਹ ਇੱਕ ਇੰਟਰ ਗੌਰਮੈਂਟਲ ਮਿਲਟਰੀ ਅਲਾਇੰਸ ਆ। ਬੇਸਿਕਲੀ ਕੀ ਹੈ ਕਿ ਇਸ ਟੋਟਲ 30 ਕੰਟਰੀਜ਼ ਮਿਲ ਕੇ ਕੰਮ ਕਰਦੀਆਂ ਨੇ, ਜਿਸ ਦੇ ਵੀ 28 ਯੂਰੋਪੀਅਨ ਕੰਟਰੀਜ਼ ਨੇ, 2 ਨਾਰਦਰਨ ਅਮੈਰੀਕਨ ਕੰਟਰੀਜ਼ ਨੇ। ਸੋ ਇਹ ਕੰਟਰੀਜ਼ ਰਲ ਕੇ ਉਹਨਾਂ ਕੰਟਰੀਜ਼ ਨੂੰ ਡਿਫੈਂਸ ਪ੍ਰੋਵਾਈਡ ਕਰਦੀ ਹੈ ਜੋ ਕੰਟਰੀਜ਼ ਏਬਲ ਨਹੀਂ ਹਨ, ਜੋ ਇਹਨਾਂ ਦੇ ਮਤਲਬ ਕਿ ਪਾਰਟ ਨੇ। ਸੋ ਆਪਸ 'ਚ ਇਹਨਾਂ ਦਾ ਹੁਣ ਇੱਦਾਂ ਨਹੀਂ ਹੈਗਾ ਕਿ ਇਹ 30 ਕੰਟਰੀਜ਼ ਆਪਸ 'ਚ ਉੱਦਾਂ ਹੀ ਹਰੇਕ ਨੂੰ ਡਿਫੈਂਸ ਫ੍ਰੀ ਦਾ ਪ੍ਰੋਵਾਈਡ ਕਰਦੀਆਂ ਨੇ। ਨਹੀਂ, ਇਹਨਾਂ ਨੂੰ ਬਹੁਤ ਚੀਜ਼ਾਂ ਮਤਲਬ ਪੈਸਾ ਕੰਟਰੀਬਿਊਟ ਵੀ ਕਰਨਾ ਪੈਂਦਾ ਹੈ ਤਾਂ ਕਿ ਇੱਕ ਆਪਣਾ GDP ਅਲੱਗ ਬਣਦਾ ਹੈ ਇਹਦਾ ਨਾਟੋ ਦਾ, ਠੀਕ ਹੈ। ਜਿਸ ਦੇ ਵਿੱਚੋਂ ਜੋ ਸੈਨਾ ਹੁੰਦੀ ਹੈ ਉਹਨਾਂ ਬਾਰੇ ਬਹੁਤ ਚੀਜ਼ਾਂ ਪ੍ਰੋਵਾਈਡ ਕੀਤੀਆਂ ਨੇ, ਉਹਨੂੰ ਫੈਸਿਲਿਟੀਜ਼ ਪ੍ਰੋਵਾਈਡ ਕੀਤੀ ਜਾਂਦੀਆਂ ਨੇ, ਠੀਕ ਹੈ। ਸੋ ਆਪਾਂ ਸਟਾਰਟ ਕਰਦੇ ਹੈਗੇ। ਦੇਖੋ, ਇਸ 28 ਯੂਰੋਪੀਅਨ, ਜਿਵੇਂ ਤੁਹਾਨੂੰ ਦੱਸਿਆ ਮੈਂ, 2 ਨਾਰਦਰਨ ਅਮੈਰੀਕਨ ਨੇ। ਆਫਟਰ ਵਰਲਡ ਵਾਰ ਦੇ ਵਿੱਚ ਕਦੋਂ ਸਟੈਬਲਿਸ਼ਮੈਂਟ ਹੋਇਆ? ਦੇਖੋ, ਇਹ ਆਫਟਰ ਵਰਲਡ ਵਾਰ ਹੋਇਆ। ਦੇਖੋ, ਵਰਲਡ ਵਾਰ 1 ਵਰਲਡ ਵਾਰ 2 ਤੋਂ ਬਾਅਦ ਬਹੁਤ ਸਾਰੀ ਡਿਸਟਰਕਸ਼ਨ ਹੋਈ ਬਹੁਤ ਸਾਰੀ ਕੰਟਰੀਜ਼ ਦੇ ਵਿੱਚ, ਜਿਸ ਦੇ ਕਰਕੇ ਕੁਛ ਕੰਟਰੀਜ਼ ਏਬਲ ਨਹੀਂ ਸੀਗੇ ਲੜਨ ਲਈ। ਇਸ ਕਰਕੇ ਇੱਕ ਏਜੰਸੀ ਬਣਾਈ ਗਈ ਤਾਂ ਕਿ ਸ਼ਾਂਤੀ ਬਣਾਈ ਸਕੇ। ਬੇਸਿਕਲੀ ਪੀਸ ਲਈ ਬਣਾਈ ਸੀ ਵੀ ਪੀਸ ਰਵੇ ਕੰਟਰੀਜ਼ ਦੇ ਵਿੱਚ, ਹੈ ਨਾ, ਇਸ ਕਰਕੇ। ਸੋ ਇਹ ਕੀ ਹੈ, ਇਹ ਵਰਲਡ ਵਾਰ 2 ਤੋਂ ਬਾਅਦ ਸਟੈਬਲਿਸ਼ਮੈਂਟ ਹੋਈ ਹੈ। ਅਤੇ ਇੰਪਲੀਮੈਂਟ ਕਦੋਂ ਹੋਈ ਹੈ ਇਹਦੀ ਡੇਟ ਯਾਦ ਰੱਖਣੀ ਹੈ। ਮੇਨ 1949 ਤੁਸੀਂ ਮੇਨ ਯਾਦ ਰੱਖਣਾ ਕਦੋਂ ਇਹ ਸਾਈਨਡ ਹੋਈ ਹੈ। ਅਤੇ ਯਾਦ ਰੱਖਣਾ ਇੰਡੀਆ ਇਹਦਾ ਮੈਂਬਰ ਨਹੀਂ ਹੈਗਾ, ਇਹ ਗੱਲ ਯਾਦ ਰੱਖਣੀ ਤੁਸੀਂ। ਸੋ ਨਾਟੋ ਕੌਂਸਟੀਟਿਊਟ ਹੈ ਕੋਲੈਕਟਿਵ ਸਿਕਿਉਰਿਟੀ। ਦੇਖੋ, ਇੱਥੇ ਕੋਲੈਕਟਿਵ ਸਿਕਿਉਰਿਟੀ ਇਕੱਠੇ ਹੋ ਕੇ ਲੜਦੇ ਆ, ਠੀਕ ਹੈ। ਇੰਡੀਪੈਂਡੈਂਟ ਮੈਂਬਰ ਸਟੇਟਸ ਐਂਡ ਮਿਊਚੁਅਲ ਡਿਫੈਂਸ ਪ੍ਰੋਵਾਈਡ ਕਰਦੇ ਆ ਐਕਸਟਰਨਲ ਕੋਈ ਅਟੈਕ ਤੋਂ। ਜਿਵੇਂ ਮੰਨ ਲਓ ਜੇ ਅੱਜ ਯੂਕਰੇਨ ਨਾਟੋ ਸਾਈਨ ਕਰ ਦਿੰਦਾ ਤਾਂ ਬੇਸਿਕਲੀ ਇਹ ਹੋਣਾ ਸੀ। ਅਗਰ ਹੁਣ ਨਾਟੋ ਕਿਉਂ ਨਹੀਂ ਅੱਗੇ ਆ ਰਿਹਾ? ਕਿਉਂਕਿ ਨਾਟੋ ਯੂਕਰੇਨ ਨੇ ਸਾਈਨ ਨਹੀਂ ਕੀਤਾ। ਰਸ਼ੀਆ ਨੇ ਪਹਿਲਾਂ ਹੀ ਅਟੈਕ ਕਰ ਦਿੱਤਾ ਯੂਕਰੇਨ ਦੇ ਸਾਈਨ ਕਰਨ ਤੋਂ ਪਹਿਲਾਂ, ਜਿਸ ਕਰਕੇ ਪ੍ਰੋਬਲਮ ਹੋਈ ਹੈ। ਜੇ ਸਾਈਨ ਕਰ ਦਿੰਦਾ ਯੂਕਰੇਨ ਤੋਂ, ਅੱਜ ਵਰਲਡ ਵਾਰ 3 ਸਟਾਰਟ ਹੋ ਜਾਂਦਾ, ਕਿਉਂਕਿ ਨਾਟੋਜ਼ ਨੂੰ ਆਉਣਾ ਹੀ ਪੈਣਾ ਸੀ ਫਿਰ। ਹੁਣ ਸਭ ਤੋਂ ਅਗਲੀ ਗੱਲ ਕਿ ਨਾਟੋ ਦਾ ਹੈੱਡਕੁਆਟਰ ਕਿੱਥੇ? ਨਾਟੋ ਦਾ ਹੈੱਡਕੁਆਟਰ ਹੈਗਾ ਬਰਸਲ, ਬੈਲਜੀਅਮ 'ਚ। ਇਹ ਤੁਸੀਂ ਯਾਦ ਰੱਖਣਾ ਹੈਗਾ। ਸੋ ਇਸ ਤੋਂ ਬਾਅਦ ਇਸ ਦੀਆਂ ਕੁਝ ਸਬਮਿਟਸ ਹੁੰਦੀਆਂ ਨੇ, ਉਹ ਸਬਮਿਟਸ ਤੁਸੀਂ ਯਾਦ ਰੱਖਣੀਆਂ ਨੇ। ਸਬਮਿਟਸ ਡਾਇਰੈਕਟਲੀ ਪੇਪਰ 'ਚ ਆ ਜਾਂਦੀਆਂ ਨੇ। ਸਬਮਿਟਸ ਤੁਸੀਂ ਬਹੁਤ ਧਿਆਨ ਨਾਲ ਕਰਨੀਆਂ ਨੇ। ਇਹਦੀ 2029 'ਚ ਜਿੱਥੇ ਇਹਦਾ ਹੈੱਡਕੁਆਟਰ ਆ ਉੱਥੇ ਇਹਦੀ ਸਬਮਿਟ 2021 'ਚ ਹੋਏਗੀ। 2022 ਦੇ ਵਿੱਚ ਸਪੇਨ ਮਦਰਿਦ 'ਚ ਹੋਏਗੀ। 2023 'ਚ ਲਿਥੁਆਨੀਆ 'ਚ ਹੋਏਗੀ। ਇਹ ਤਿੰਨੇ ਤੁਸੀਂ ਯਾਦ ਰੱਖਣੀਆਂ ਨੇ ਮੇਨ। ਇਹ ਤੋਂ ਪਿਛਲੀਆਂ ਤੁਸੀਂ ਯਾਦ ਕਰਨ ਦੀ ਤੁਹਾਨੂੰ ਲੋੜ ਨਹੀਂ ਹੈਗੀ, ਠੀਕ ਹੈ। ਸੋ ਤੁਸੀਂ ਇੰਨਾ ਹੀ ਯਾਦ ਕਰਨਾ, ਇੰਨਾ ਹੀ ਤੁਹਾਨੂੰ ਇਹਦੇ ਬਾਰੇ ਪਤਾ ਹੋਣਾ ਚਾਹੀਦਾ ਹੈ। ਸੋ ਥੈਂਕ ਯੂ ਸੋ ਮਚ। ਮੇਰੇ ਚੈਨਲ ਨੂੰ ਜ਼ਰੂਰ ਸ਼ੇਅਰ ਐਂਡ ਸਬਸਕ੍ਰਾਈਬ ਕਰ ਦਿਓ ਅਤੇ ਬੈਲ ਆਈਕਨ ਵੀ ਜ਼ਰੂਰ ਪ੍ਰੈਸ ਕਰ ਦਿਓ ਤਾਂ ਕਿ ਤੁਹਾਨੂੰ ਨਿਊ ਨੋਟੀਫਿਕੇਸ਼ਨਸ ਮਿਲਦੇ ਜਾਣ। ਥੈਂਕ ਯੂ ਸੋ ਮਚ।